शिवरात्रि का त्यौहार पूरे ही देश भर ਦੇ ਵਿੱਚ बड़ी ही धूमधाम ਦੇ ਨਾਲ ਮਨਾਇਆ ਜਾਂਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਕਈ ਆਰਟਿਸਟ ਅਜਿਹੇ ਹੁੰਦੇ ਨੇ ਜਿਹੜੇ ਕਿ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਨੇ ਔਰ ਕੁਝ ਵੱਖਰਾ ਹਰ ਤਿਉਹਾਰ ਤੇ ਪੇਸ਼ ਕਰਦੇ ਨੇ। ਅਜਿਹੇ ਹੀ ਇੱਕ ਕਲਾ ਦਾ ਪ੍ਰਦਰਸ਼ਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇੱਕ ਮਾਡਲ ਜਿਹੜਾ ਕਿ शिवलिंग ਦਾ ਇੱਕ ਮਾਡਲ ਤਿਆਰ ਕੀਤਾ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟੁੱਥਪਿਕ ਦੇ ਨਾਲ, ਜੀ ਹਾਂ, ਟੁੱਥਪਿਕ ਜਿਹੜੀ ਕਿ ਖਾਣੇ ਜਿਹੜਾ ਕਿ ਫਲ ਫਰੂਟ ਖਾਣ ਦੇ ਇਸਤੇਮਾਲ ਦੇ ਵਿੱਚ ਆਉਂਦੀ ਹੈ, ਉਸ ਤੇ ਟੁੱਥਪਿਕ ਦੇ ਨਾਲ ਹੀ ਇਹ ਵੱਖਰਾ ਮਾਡਲ ਤਿਆਰ ਕੀਤਾ ਗਿਆ ਹੈ। शिवलिंग ਇੱਕ ਤਿਆਰ ਕੀਤਾ ਗਿਆ ਹੈ। ਬੜੀ ਖੂਬਸੂਰਤੀ ਤੇ ਜਿਹੜੀ ਕਿ ਇਸ ਦੇ ਵਿੱਚ ਕਲਾ ਦਿਖਾਈ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਮਾਡਲ ਜਿਹੜਾ ਹੈ ਟੁੱਥਪਿਕ ਦੇ ਨਾਲ ਹੀ ਤਿਆਰ ਕੀਤਾ ਗਿਆ ਹੈ। ਹੋਰ ਵੀ ਕਈ ਮਾਡਲ ਆਰਟਿਸਟ ਵੱਲੋਂ ਤਿਆਰ ਕੀਤੇ ਗਏ ਨੇ ਔਰ ਉਸ ਆਰਟਿਸਟ ਜਿਹੜੇ ਨੇ ਉਹਨਾਂ ਨੂੰ ਕਾਫੀ ਅਵਾਰਡ ਵੀ ਜਿਹੜੇ ਨੇ ਉਹ ਮਿਲ ਚੁੱਕੇ ਨੇ। ਏਸ਼ੀਆ ਬੁੱਕ ਆਫ ਰਿਕਾਰਡ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ ਹੈ ਤੇ ਨਾਲ ਦੇ ਨਾਲ ਹੀ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਦੇ ਨਾਲ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਤਾਂ ਬਲਜਿੰਦਰ ਸਿੰਘ ਮਾਨ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਰ, ਵੱਖਰਾ ਮਾਡਲ ਇੱਕ ਧਾਰਮਿਕ ਮਾਡਲ ਕਿਹਾ ਜਾਂਦਾ ਹੈ ਕਿ ਤੁਸੀਂ ਇੱਕ ਪਹਿਲਾਂ ਵੀ ਧਾਰਮਿਕ ਮਾਡਲ ਤਿਆਰ ਕੀਤਾ ਸੀ, ਇੱਕ ਵਾਰ ਫਿਰ ਧਾਰਮਿਕ ਮਾਡਲ ਇਸ ਵਾਰ ਕਿਸ ਤਰ੍ਹਾਂ ਮਨ ਚਾਹੀ ਕਿ शिवलिंग ਬਣਾਇਆ ਜਾਵੇ? ਲਾਈਵ ਬਾਰ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਟੁੱਥਪਿਕ ਆਰਟਿਸਟ ਹਾਂ, ਟੁੱਥਪਿਕ ਨਾਲ ਕੰਮ ਕਰਦਾ। ਅਲੱਗ ਕਰਨ ਦਾ ਵਿਚਾਰ ਰੱਖਦਾ ਸੀ ਕਿ ਸ਼ਿਵਰਾਤਰੀ ਦਾ ਸ਼ੁਭ ਅਵਸਰ ਆ ਰਿਹਾ ਤੇ ਕੁਝ ਇਸ ਤਰ੍ਹਾਂ ਕੀਤਾ ਜਾਵੇ ਵੀ ਸ਼ਿਵ ਦੀ ਅਪਾਰ ਕਿਰਪਾ ਤੁਛ ਮਾਤਰ ਸਾਡੇ ਤੇ ਵੀ ਪੈ ਜਾਵੇ। ਇਹਦੇ ਬਾਰੇ ਵਿਚਾਰ ਕਰਨ 'ਚ ਕਾਫੀ ਸਮੇਂ ਨਿਕਲਿਆ। ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਮੈਂ ਇਸ ਲੈਵਲ ਤੇ ਪਹੁੰਚਿਆ ਕਿ ਮੈਂ ਇੱਕ शिवलिंग ਦਾ ਮਾਡਲ ਤਿਆਰ ਕਰਾਂ। ਉਸ ਤੋਂ ਬਾਅਦ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਦੀ ਜਿਹੜੀ ਰਿਜ਼ਲਟ ਸੀ ਕਿ ਮੈਂ ਇੱਕ ਮਾਡਲ ਤਿਆਰ ਕਰ ਪਾਇਆ। ਤਾਂ ਗੱਲ ਕਰੀਏ ਕਿ ਤੁਸੀਂ ਪਹਿਲਾਂ ਵੀ ਜਿਹੜਾ ਮਾਡਲ ਤਿਆਰ ਕੀਤਾ ਸੀ, ਕਿ ਇਸ ਮਾਡਲ ਜਿਹੜਾ ਹੈ ਤੁਸੀਂ ਬਣਾਇਆ, ਤਿਆਰ ਕੀਤਾ, ਕਿ ਅੜਚਨ ਤੇ ਆਈ ਹੋਏਗੀ? ਕਿਉਂਕਿ ਧਾਰਮਿਕ ਜਦੋਂ ਵੀ ਕੋਈ ਕੰਮ ਕਰਨ ਲੱਗੀਏ ਤਾਂ ਹੋ ਸਕਦਾ ਸ਼ਾਇਦ ਉਸ ਦੇ ਵਿੱਚ ਅੜਚਨ ਆਉਂਦੀ ਹੋਵੇ ਜਾਂ ਕੋਈ ਰੋਕਦਾ ਹੋਵੇ ਕਿ ਨਹੀਂ, ਟੁੱਥਪਿਕ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਹੋ ਸਕਦਾ ਕਿ ਕਈਆਂ ਨੇ ਮਨਾ ਕੀਤਾ ਹੋਵੇ ਕਿ ਨਹੀਂ, ਧਾਰਮਿਕ ਕੰਮ ਹੈ, ਤੁਸੀਂ ਇਹ ਚੀਜ਼ ਨਾ ਕਰੋ। ਕਿ ਇਸ ਤਰ੍ਹਾਂ ਦੀ ਕੁਝ ਹੋਈ? ਕੁਝ ਜ਼ਿਆਦਾ ਨਹੀਂ ਹੋਈ, ਲੇਕਿਨ ਮੈਂ ਜਦੋਂ ਇਹਦੇ ਬਾਰੇ ਵਿਚਾਰ ਕਰਨੀ ਸਟਾਰਟ ਕੀਤੀ ਸੀ, ਮੈਂ ਆਪਣੇ ਲੈਵਲ 'ਤੇ ਵੀ ਕਾਫੀ ਸਟੱਡੀ ਕੀਤਾ। ਕੁਝ ਐਕਸਪਰਟਸ ਨਾਲ ਮੈਂ ਗੱਲ ਕੀਤੀ ਜਿਹੜੇ ਚੰਗੀ ਤਰ੍ਹਾਂ ਧਰਮ ਦਾ ਗਿਆਨ ਰੱਖਦੇ ਹੋਣ। ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਫਿਰ ਇੱਕ ਚੀਜ਼ ਮੈਂ ਸਮਝ ਰਿਹਾ ਸੀ ਕਿ ਇਹ ਮੈਂ ਕੀ ਬਣਾਉਣ ਲੱਗਾ, ਪਤਾ ਹੋਵੇ ਕਿ ਇਨਸਾਨ ਕੀ ਬਣਾ ਰਿਹਾ, ਫਿਰ ਉਸ ਤਰ੍ਹਾਂ ਦੀ ਤਿਆਰੀ ਰੱਖਦਾ। ਮੈਂ ਜਦੋਂ ਇਹ ਦੇਖਿਆ ਕਿ शिवलिंग ਮੈਂ ਤਿਆਰ ਕਰਨਾ ਤੇ ਮੈਂ ਸਭ ਤੋਂ ਪਹਿਲਾਂ ਉਹਦੀ ਰਹਿਤ ਮਰਿਆਦਾ ਨੂੰ ਸਭ ਤੋਂ ਪਹਿਲੀ ਪ੍ਰੈਫਰੈਂਸ ਦਿੱਤੀ। ਮੈਂ ਟੁੱਥਪਿਕ ਯੂਜ਼ ਕੀਤੀ, ਇਹਦੇ ਵਿੱਚ ਬਿਲਕੁਲ ਫਰੈਸ਼ ਟੁੱਥਪਿਕ ਮੈਂ ਯੂਜ਼ ਕੀਤੀ ਹੈ। ਉਹ ਫਰੈਸ਼ ਟੁੱਥਪਿਕ ਦੇ ਵਿੱਚੋਂ ਵੀ ਜਿਹੜੀਆਂ ਵਧੀਆ ਟੁੱਥਪਿਕ ਸੀ ਮੈਂ ਉਹਦੀ ਛਾਂਟੀ ਕੀਤੀ, ਮਾੜੀਆਂ ਨੂੰ ਪਹਿਲੇ ਹੀ ਸਾਈਡ ਤੋਂ ਕੱਢ ਦਿੱਤਾ, ਹੈ ਸਾਰੀਆਂ ਫਰੈਸ਼ ਸੀ। ਦੂਜਾ, ਮੈਂ ਉਹਨਾਂ ਨੂੰ ਧੋ ਕੇ ਸੁਕਾ ਕੇ ਬੜੀ ਸਵੱਛਤਾ ਦੇ ਨਾਲ ਇਹਦੇ ਵਿੱਚ ਕੰਮ ਕੀਤਾ ਕਿ ਮੇਰੀ ਕਿ ਕਿਸੇ ਦੀ ਹੋਰ ਦੀ ਕਿ ਕਿਸੇ ਦੀ ਵੀ ਜਿਹੜੀ ਭਾਵਨਾ ਉਹ 'ਚ ਆਹਿਤ ਨਾ ਹੋਵੇ। ਜਿਹੜੀ ਕਿ ਪੂਰੀ ਮਰਿਆਦਾ ਜਿਹੜੀ ਉਹ ਰੱਖੀ ਗਈ ਜੀ, ਪੂਰੀ ਮਾਣ ਮਰਿਆਦਾ 'ਚ ਰਹਿ ਕੇ, ਕਿਉਂਕਿ ਜਦੋਂ ਸਾਨੂੰ ਪਤਾ ਹੋਵੇ ਕਿ ਆਰਟਿਸਟ ਨੂੰ ਪਤਾ ਹੈ ਵੀ ਉਹ ਕਿਸ ਲੈਵਲ ਦਾ ਕੰਮ ਕਰ ਰਿਹਾ। ਤੇ ਮੈਂ ਪਹਿਲੇ ਹੀ ਕਿਹਾ ਕਿ ਅਸੀਂ ਸ਼ਿਵ ਦੀਆਂ ਅਸੀਸਾਂ ਜਾਂ ਆਸ਼ੀਰਵਾਦ ਲੈਣਾ ਆ, ਹੈ ਨਾ, ਤੇ ਉਸ ਆਸ਼ੀਰਵਾਦ ਵਾਸਤੇ ਅਸੀਂ ਜਿਹੜਾ ਆ ਕੁਛ ਨਾ ਕੁਛ ਸਵੱਛਤਾ ਤੇ ਉਹਨੂੰ ਭੇਂਟ ਕਰਾਂਗੇ। ਜੀ, ਤਾਂ ਬਿਲਕੁਲ ਜਨਤਾ ਵੀ ਜਾਣਨਾ ਚਾਹੁੰਦੀ ਹੈ ਤਾਂ ਮੈਂ ਖੁਦ ਵੀ ਜਾਣਨਾ ਚਾਹੁੰਦਾ ਕਿ ਕਿੰਨੀਆਂ ਟੁੱਥਪਿਕ ਜਿਹੜੀਆਂ ਇਹਦੇ ਤੇ ਲੱਗੀਆਂ ਨੇ ਔਰ ਕਿੰਨਾ ਜਿਹੜਾ ਸਮਾਂ ਹੈ ਉਹ ਲੱਗਿਆ ਇਹਦੇ ਤੇ? ਛੋਟੀਆਂ ਵੱਡੀਆਂ ਕੁੱਲ ਪਾ ਕੇ 9981 ਟੁੱਥਪਿਕਾਂ ਦੇ ਪੀਸ ਲੱਗੇ ਨੇ। ਇਹਦੇ ਵਿੱਚ ਪੂਰੀ ਟੁੱਥਪਿਕ ਵੀ ਲੱਗੀ ਹੈ ਤੇ ਛੋਟੇ ਤੋਂ ਛੋਟਾ ਉਹਦਾ ਸਾਈਜ਼ ਵੀ ਕੱਟ ਕੇ ਮੈਂ ਲਗਾਇਆ ਵਾ, ਕਿਉਂਕਿ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਮਾਡਲ ਮੰਗ ਰਿਹਾ ਸੀ ਉਹਦੇ ਹਿਸਾਬ ਨਾਲ ਟੁੱਥਪਿਕ ਕੱਟ ਕੇ ਇਹਦੇ ਤੇ ਪੀਸ ਲਗਾਏ ਗਏ ਨੇ। ਆਲ ਓਵਰ ਜਿਹੜੀ ਟੁੱਥਪਿਕ ਦੀ ਗੱਲ ਕਰੀਏ ਤਾਂ ਕਿੰਨੇ ਪੀਸ ਲੱਗੇ ਨੇ? 9981 ਟੁੱਥਪਿਕ ਦੇ ਪੀਸ ਲੱਗੇ ਨੇ ਤੇ ਇਹਨੂੰ ਬਣਾਉਣ ਵਿੱਚ ਮੈਂ ਦਿਨ ਰਾਤ ਇੱਕ ਕਰ ਦਿੱਤਾ ਤੇ ਮੇਰੇ ਟੋਟਲ 20 ਦਿਨ ਇਹਦੇ ਤੇ ਮੇਰੇ ਕੰਪਲੀਟ ਲੱਗੇ ਨੇ ਮੇਰੇ। ਜੀ, ਅਗਰ ਖਰਚੇ ਦੀ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਖਰਚਾ ਇਹਦੇ ਤੇ ਆਇਆ ਹੋਗਾ ਕੰਪਲੀਟ ਜਿਹੜਾ ਤੁਸੀਂ ਮਾਡਲ ਤਿਆਰ ਕੀਤਾ? ਮਨ ਦੀ ਸ਼ਾਂਤੀ ਬਹੁਤ ਮਹਿੰਗੀ ਚੀਜ਼ ਹੁੰਦੀ ਹੈ। ਜੇ ਸਾਨੂੰ ਕਲਾ ਦੇ ਜ਼ਰੀਏ ਜਾਂ ਕੁਝ, ਵੈਸੇ ਅਸੀਂ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ, ਵੈਸੇ ਤਾਂ ਇਹ ਜਿਹੜੀ ਤੁਸੀਂ ਕ੍ਰੀਏਟੀਵਿਟੀ ਕੀਤੀ ਹੈ ਵੈਸੇ ਤਾਂ ਅਪਾਰ ਕਿਰਪਾ ਜਿਹੜੀ ਹੈ ਤੁਹਾਡੇ ਤੇ ਪ੍ਰਮਾਤਮਾ ਦੀ ਹੈਗੀ ਹੈ, ਤਾਂ ਅਣਮੁੱਲੀ ਚੀਜ਼ ਹੈ, ਲੇਕਿਨ ਫਿਰ ਵੀ ਕਿੰਨਾ ਨਹੀਂ, ਪੈਸੇ ਮੈਂ ਤੁਹਾਡੀ ਗੱਲ ਨੂੰ ਫਿਰ ਕੱਟ ਰਿਹਾ ਵਾਂ ਕਿ ਪੈਸੇ ਦੀ ਗਿਣਤੀ ਦੇ ਵਿੱਚ ਨਹੀਂ ਮੈਂ ਪੈਂਦਾ। ਜਦੋਂ ਗੱਲ ਆ ਗਈ ਮੇਰੇ
ਅੰਤਰਾਤਮਾ ਦੀ ਵੀ ਮੈਨੂੰ ਕਿੱਥੇ ਸੰਤੁਸ਼ਟੀ ਮਿਲਦੀ ਹੈ। ਦੂਜਾ ਆ ਗਿਆ ਕਿ ਮੇਰੀ ਸ਼ਿਵ ਵਿੱਚ ਕਿੰਨੀ ਭਗਤੀ ਆ, ਕਿੰਨਾ ਮੈਂ ਉਹਦੇ ਨਾਲ ਅਟੈਚ ਆ। ਸਾਰੀਆਂ ਗੱਲਾਂ ਇਹ ਸਾਰੇ ਗੱਲਾਂ ਵਿੱਚ ਜਿਹੜਾ ਪੈਸੇ ਦੀ ਗਿਣਤੀ ਮਿੰਤੀ ਦੇ ਵਿੱਚ ਨਹੀਂ ਮੈਂ ਆਉਂਦਾ। ਭਾਵੇਂ ਤੇ 100 ਰੁਪਇਆ ਲੱਗਾ ਹੋਵੇ ਤੇ ਭਾਵੇਂ ਲੱਗੇ ਹੁਣ 10,000 ਰੁਪਇਆ, ਮੈਂ ਉਸ ਚੀਜ਼ ਨੂੰ ਮਾਇਨੇ ਨਹੀਂ ਦਿੰਦਾ। ਕਲਰਸ ਵੀ ਲੱਗੇ ਨੇ, ਕਿਹੜੇ ਕਲਰਸ ਯੂਜ਼ ਕੀਤੇ ਗਏ ਨੇ? ਹਾਂ, ਜਦੋਂ ਮੈਂ ਮਾਡਲ ਤਿਆਰ ਕੀਤਾ ਤੇ ਫਿਰ ਮੈਂ ਚਾਹੁੰਦਾ ਸੀ ਉਹਦੀ ਇੱਕ ਨੈਚੁਰਲ ਲੁੱਕ ਆਵੇ ਜੀ। ਜਿਸ ਤਰ੍ਹਾਂ ਅਸੀਂ ਮੰਦਰਾਂ ਵਿੱਚ ਸ਼ਿਵ ਦਾ ਅਸੀਂ ਸ਼ਿਵਲਿੰਗ ਦੇਖਦੇ ਹਾਂ, ਉਹ ਇੱਕ ਨੈਚੁਰਲ ਲੁੱਕ ਦਾ ਹੁੰਦਾ। ਤੇ ਮੈਂ ਇਹਦੇ ਤੇ ਫਿਰ ਆਇਲ ਕਲਰ ਯੂਜ਼ ਕੀਤੇ। ਮੈਂ ਕਾਫੀ ਮਤਲਬ ਵਿਚਾਰ ਵਟਾਂਦਰੇ ਤੋਂ ਬਾਅਦ ਕਾਫੀ ਜਿੰਨੀ ਕੁ ਪ੍ਰਮਾਤਮਾ ਨੇ ਮੈਨੂੰ ਸੋਝੀ ਦਿੱਤੀ ਹੈ ਉਹਦੇ ਅਕੋਰਡਿੰਗ ਮੈਂ ਫਿਰ ਕਲਰ ਸਕੀਮ ਬਣਾ ਕੇ ਤੇ ਇਹਨੂੰ ਨੈਚੁਰਲ ਲੁੱਕ ਦੇਣ ਦੀ ਕੋਸ਼ਿਸ਼ ਕੀਤੀ। ਤਾਂ ਕਲਰ ਦੀ ਗੱਲ ਕਰੀਏ ਤਾਂ ਮਨ ਦੇ ਵਿੱਚ ਇੱਕ ਹੋਰ ਸਵਾਲ ਆਇਆ ਕਿ ਅਕਸਰ ਸ਼ਿਵਲਿੰਗ ਦੇਖਿਆ ਗਿਆ ਹੈ ਕਿ ਕਾਲੇ ਰੰਗ ਦਾ ਹੁੰਦਾ, ਬਲੈਕ ਕਲਰ ਦਾ ਹੁੰਦਾ। ਤਾਂ ਤੁਸੀਂ ਸ਼ਿਵਲਿੰਗ ਜਿਹੜਾ ਤਿਆਰ ਕੀਤਾ ਹੈ ਉਹ ਬਿਲਕੁਲ ਗ੍ਰੇ ਕਲਰ ਯੂਜ਼ ਕੀਤਾ ਇਹਦੇ ਵਿੱਚ, ਤਾਂ ਕਿਸ ਤਰੀਕੇ ਦਾ? ਪਹਿਲੀ ਗੱਲ ਤਾਂ ਇਹ ਹੈ ਕਿ ਪਰਮਾਤਮਾ ਹਰ ਘੜ ਵਿੱਚ ਵਰਤਦਾ ਹੈ, ਉਹ ਕਣ ਕਣ ਵਿੱਚ ਵਰਤਦਾ। ਤੇ ਸਾਡੇ ਅੰਦਰ ਵੀ ਆ, ਤੁਹਾਡੇ ਅੰਦਰ ਵੀ ਆ, ਇੱਕ ਜਿਹੜੀ ਧਰਤੀ ਤੇ ਕੀੜੀ ਚੱਲਦੀ ਉਹਦੇ ਵਿੱਚ ਵੀ ਆ। ਪਰਮਾਤਮਾ ਦਾ ਕੋਈ ਰੰਗ ਨਹੀਂ ਹੁੰਦਾ, ਇਹਨੂੰ ਕੋਈ 골ਡਨ ਵੀ ਕਰ ਦਿੰਦਾ। ਇਹ ਤੇ ਇੱਕ ਕਹਿ ਲਓ ਕਿ ਸ਼ਿਵ ਦੀ ਮਹਿਮਾ ਆ ਕਿ ਤੁਸੀਂ ਇਹਨੂੰ ਵਾਈਟ ਕਲਰ ਦਾ ਕਰ ਦਿਓ, ਇਹਨੂੰ ਬਲੈਕ ਦਾ ਕਰ ਲਓ। ਪਰਮਾਤਮਾ ਰੰਗਾਂ 'ਚ ਨਹੀਂ ਘਿਰਿਆ ਜਾ ਸਕਦਾ, ਉਹ ਤੇ ਬੇਰੰਗ ਆ, ਸਾਰੇ ਰੰਗ ਉਹਦੇ ਨੇ ਬਸ। ਬਿਲਕੁਲ ਬਿਲਕੁਲ, ਬਹੁਤ ਵਧੀਆ ਜਿਹੜਾ ਜਵਾਬ ਮਿਲਿਆ ਕਿ ਵਾਕਈ ਹੀ ਪਰਮਾਤਮਾ ਦਾ ਜਿਹੜਾ ਕੋਈ ਰੂਪ ਨਹੀਂ ਹੈਗਾ, ਕੋਈ ਵੀ ਰੂਪ ਉਹਨੂੰ ਦਿੱਤਾ ਜਾ ਸਕਦਾ। ਤਾਂ ਗੱਲ ਕਰਾਂਗੇ ਸਾਡੇ ਜਿਹੜੇ ਕਿਸਾਨ ਨੇ, ਜਿਹੜੇ ਕਿ ਧਰਨਿਆਂ ਤੇ ਬੈਠੇ ਹੋਏ ਨੇ ਅਜੇ ਤੱਕ, ਕਿਉਂਕਿ ਕਿਸਾਨ ਅੰਨਦਾਤਾ ਕਿਹਾ ਜਾਂਦਾ ਹੈ ਉਸਨੂੰ, ਔਰ ਕੀ ਮਨ ਦੇ ਵਿੱਚ ਕੋਈ ਵਿਚਾਰ ਹੈ ਜਾਂ ਉਹਨਾਂ ਦੀ ਕੋਈ ਕ੍ਰੀਏਟੀਵਿਟੀ ਉਹਨਾਂ ਦਾ ਕਰਨ ਦਾ, ਜਾਂ ਫਿਰ ਉਹਨਾਂ ਦੇ ਜਿਸ ਤਰ੍ਹਾਂ ਔਜ਼ਾਰ ਹੁੰਦੇ ਨੇ ਕਿ ਉਹਨਾਂ ਦਾ ਕੋਈ ਮਾਡਲ ਤਿਆਰ ਕਰਨ ਦਾ, ਉਹਨਾਂ ਦੀ ਸਪੋਰਟ ਦੇ ਵਿੱਚ ਕੁਝ ਹੋਣ ਦਾ, ਕਿਸ ਤਰ੍ਹਾਂ ਦਾ ਕੋਈ ਮਾਈਂਡ ਦੇ ਵਿੱਚ ਹੈ ਆਪਣੇ? ਦੇਖੋ, ਜਿਹੜੇ ਕਿਸਾਨਾਂ ਦੀ ਗੱਲ ਹੈ, ਉਹ ਕਿਸਾਨ ਤੇ ਸਾਡੇ ਅੰਨਦਾਤਾ ਹੈ ਹੀ ਆ। ਜੇ ਕਿਸਾਨ ਕਿਸਾਨੀ ਨਹੀਂ ਕਰੇਗਾ, ਅੰਨ ਨਹੀਂ ਉਗਾਏਗਾ ਤੇ ਉਹ ਅਸੀਂ ਕਿੱਥੋਂ ਖਾਵਾਂਗੇ? ਉਹਦੇ ਬਾਰੇ ਤੇ ਕੋਈ ਦੋ ਰਾਏ ਹੈ ਹੀ ਨਹੀਂ। ਹਰ ਬੰਦੇ ਨੂੰ ਪਰਮਾਤਮਾ ਨੇ ਕੁਛ ਕਾਰੇ ਦਿੱਤਾ, ਉਹ ਉਹਦੇ 'ਚ ਰਹਿ ਕੇ ਕੰਮ ਕਰਦਾ ਤੇ ਆਪਣੀ ਰੋਜੀ ਵੀ ਕਮਾਉਂਦਾ। ਜਿਹੜੀ ਗੱਲ ਕਿਸਾਨੀ ਸੰਘਰਸ਼ ਦੀ ਹੈ, ਮੈਂ ਤੇ ਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਪਰਮਾਤਮਾ ਅੱਗੇ ਹੋਈ ਅਰਦਾਸ ਕਰਦਾ ਕਿ ਸਭ ਨੂੰ ਸਮੱਤ ਬਖਸ਼ੇ, ਸਰਕਾਰ ਨੂੰ ਵੀ ਸਮੱਤ ਬਖਸ਼ੇ ਤੇ ਕਿਸਾਨਾਂ ਨੂੰ ਵੀ ਸਮੱਤ ਬਖਸ਼ੇ। ਇਹ ਜਿਹੜਾ ਇੰਡੀਆ ਹੈ, ਸਾਡਾ ਭਾਰਤ ਦੇਸ਼ ਹੈ, ਇਹ ਇੱਕ ਵਿਲੱਖਣਤਾ ਭਰਿਆ ਦੇਸ਼ ਹੈ। ਅਸੀਂ ਇਹਨੂੰ ਉੱਪਰ ਚੁੱਕਣ ਵਿੱਚ ਬਹੁਤ ਮਿਹਨਤਾਂ ਲੱਗੀਆਂ ਤੇ ਮੈਂ ਨਹੀਂ ਚਾਹੁੰਦਾ ਕਿ ਉਹਦੀ ਛਵੀ ਤੇ ਕੋਈ ਆਂਚ ਆਵੇ। ਇੰਟਰਨੈਸ਼ਨਲ ਲੈਵਲ ਤੇ ਗੱਲ ਸੋਚੋ ਕਿ ਅਸੀਂ ਇਹਦੀ ਛਵੀ ਨੂੰ ਬਚਾਉਣਾ ਹੈ। ਜਿੱਥੇ ਅਸੀਂ ਸਾਡੇ ਮਹਾਂਪੁਰਖਾਂ ਨੇ ਇੰਨੀਆਂ ਬਲੀਦਾਨ ਦਿੱਤੇ ਇਹਦੀ ਛਵੀ ਨੂੰ ਬਚਾਉਣ ਵਾਸਤੇ, ਉਭਾਰਨ ਵਾਸਤੇ, ਤੇ ਮੈਂ ਚਾਹੁੰਦਾ ਹਾਂ ਕਿ ਸਰਕਾਰ ਨੂੰ ਬੜੀ ਜਲਦੀ ਕੋਈ ਫੈਸਲਾ ਲੈ ਕੇ ਇਹਨਾਂ ਸਾਰੇ ਕਿਸਾਨਾਂ ਨੂੰ ਘਰੋਂ ਘਰੀ ਤੋਰਨਾ ਚਾਹੀਦਾ। ਬੜੀ ਮੁਸ਼ਕਲ ਵਿੱਚ ਲੋਕ ਫਸੇ ਹੋਏ ਜੀ। ਇੱਕ ਤੁਸੀਂ ਮਾਡਲ ਤਿਆਰ ਕੀਤਾ ਹੈ ਜੀ ਸਿੱਖ ਧਰਮ ਨੂੰ ਲੈ ਕੇ, ਇੱਕ ਮਾਡਲ ਤਿਆਰ ਹੋ ਗਿਆ ਹਿੰਦੂ ਨੂੰ ਲੈ ਕੇ, ਯਾਨੀ ਕਿ ਸ਼ਿਵਲਿੰਗ ਹੋ ਗਿਆ, ਕਿ ਬਾਕੀ ਦੇ ਹੋਰ ਵੀ ਧਰਮ ਹੈਗੇ ਨੇ ਕਿ ਉਹਨਾਂ ਦਾ ਕੀ ਮਾਡਲ ਵਿਚਾਰ ਹੈ ਮਨ ਦੇ ਵਿੱਚ ਕਿ ਕੁਝ ਮੁਸਲਿਮ ਦਾ ਵੀ ਬਣਾਇਆ ਜਾਵੇ ਜਾਂ ਫਿਰ ਕੁਝ ਕ੍ਰਿਸਚਨ ਦਾ ਵੀ ਬਣਾਇਆ ਜਾਵੇ, ਇਸ ਤਰ੍ਹਾਂ ਦਾ ਕੋਈ ਹੈ ਮਾਈਂਡ ਦੇ ਵਿੱਚ? ਸਭ ਤੋਂ ਪਹਿਲੀ ਇਹ ਗੱਲ ਹੈ ਕਿ ਆਰਟਿਸਟ ਦਾ ਕੋਈ ਧਰਮ ਨਹੀਂ ਹੁੰਦਾ, ਆਰਟਿਸਟ ਦੇ ਸਾਰੇ ਹੀ ਧਰਮ ਹੁੰਦੇ ਜੀ। ਅਸੀਂ ਕਿਸੇ ਇੱਕ ਧਰਮ ਦੇ ਨਹੀਂ ਗੱਲ ਕਰਦੇ, ਨਾ ਇੱਕ ਧਰਮ ਦੇ ਹੋ ਕੇ ਚੱਲਦੇ ਹਾਂ। ਆਰਟਿਸਟ ਸਭ ਦਾ ਸਾਂਝਾ ਹੁੰਦਾ। ਸਿੱਖ ਧਰਮ ਨੂੰ ਮੈਂ ਲੈ ਕੇ ਬਣਾਇਆ ਸੀ, ਹਿੰਦੂ ਧਰਮ ਨੂੰ ਮੈਂ ਲੈ ਕੇ ਬਣਾਇਆ। ਜੀਵਨ ਸਫ਼ਰ ਚੱਲ ਰਿਹਾ ਹੈ, ਜੀਵਨ ਸਫ਼ਰ ਵਿੱਚ ਬੜੇ ਰੰਗ ਆਉਣਗੇ, ਤੁਹਾਨੂੰ ਹੋਰ ਵੀ ਰੰਗ ਦੇਖਣ ਨੂੰ ਮਿਲ ਸਕਦੇ। ਯਾਨੀ ਕਿ ਬਿਲਕੁਲ ਤੁਸੀਂ ਇਹ ਵਿਚਾਰ ਮਨ ਦੇ ਵਿੱਚ ਹੈ ਕਿ ਬਣਾਉਣ ਦਾ ਹੈ। ਤਾਂ ਏਸ਼ੀਆ ਬੁੱਕ ਆਫ ਰਿਕਾਰਡ ਦੇ ਖਿਤਾਬ ਤੋਂ ਤੁਹਾਨੂੰ ਨਵਾਜ਼ਿਆ ਗਿਆ ਹੀ ਹਾਲ ਹੀ ਦੇ ਵਿੱਚ, ਕਿਸ ਤਰ੍ਹਾਂ ਮਾਈਂਡ ਦੇ ਵਿੱਚ ਮਤਲਬ ਕਿਸ ਤਰ੍ਹਾਂ ਫੀਲਿੰਗ ਆਈ ਜਦੋਂ ਕਿ ਤੁਹਾਨੂੰ ਇਹ ਅਵਾਰਡ ਜਿਹੜਾ ਮਿਲਿਆ ਸੀ? ਮੈਨੂੰ ਹੁਣ ਤੱਕ 6 ਅਵਾਰਡ ਰਿਕਾਰਡ ਮਿਲ ਗਏ ਨੇ। ਮੈਂ ਪਰਮਾਤਮਾ ਦੀ ਉਹ ਸ਼ਿਵ ਦੀ ਮਹਿਮਾ ਹੀ ਗਾਊਂਗਾ ਕਿ ਉਹਨਾਂ ਦੀ ਅਪਾਰ ਕਿਰਪਾ ਨਾਲ ਮੈਂ ਇੱਥੋਂ ਤੱਕ ਪਹੁੰਚ ਸਕਿਆ। ਹਾਂ, ਇੰਨਾ ਮੈਂ ਟਾਰਗੇਟ ਰੱਖਿਆ ਸੀ ਕਿ ਮੈਂ ਅੰਮ੍ਰਿਤਸਰ ਦਾ, ਪੰਜਾਬ ਦਾ, ਇੰਡੀਆ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਸੀ ਤੇ ਉਹਦੇ 'ਚ ਮੈਂ ਕਾਮਯਾਬ ਵੀ ਰਿਹਾ ਵਾਂ। ਤੇ ਮੈਂ ਚਾਹੁੰਦਾ ਸੀ ਕਿ ਮੈਨੂੰ ਵਰਲਡ ਰਿਕਾਰਡ ਮਿਲਣ। ਮਿਹਨਤ ਕਰਨੀ ਪੈਂਦੀ ਆ, ਮਿਹਨਤ ਤੋਂ ਬਿਨਾਂ ਕੁਛ ਨਹੀਂ ਕੀਤਾ ਜਾ ਸਕਦਾ। ਮੈਂ 550 ਸਾਲਾ ਗੁਰੂ ਨਾਨਕ ਦੇਵ ਜੀ ਦੇ ਮੌਕੇ 'ਤੇ ਮੈਂ ਜਦੋਂ ਮਾਡਲ ਤਿਆਰ ਕੀਤਾ ਸੀ, ਉਹਦਾ ਵਰਲਡ ਰਿਕਾਰਡ ਮੈਨੂੰ ਇੰਗਲੈਂਡ ਤੋਂ ਸਭ ਤੋਂ ਪਹਿਲੇ ਉੱਥੋਂ ਮਿਲਿਆ ਸੀ।
ਉਹਦੇ ਵਿੱਚ ਇਹ ਸੀ ਕਿ ਉਹ ਮੈਂ ਗੁਰੂ ਨਾਨਕ ਦੇਵ ਜੀ ਦੇ ਕਿਰਤ ਦੇ ਸਿਧਾਂਤ ਤੇ ਉਹ ਮਾਡਲ ਤਿਆਰ ਕੀਤਾ ਸੀ। ਜੀ ਹਲ ਦਾ ਮਾਡਲ ਬਣਾ ਕੇ ਉਹਦੇ ਤੇ ਸਿੱਖੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਕਿ ਬਾਬਾ ਨਾਨਕ ਇਹੋ ਹੀ ਕਹਿ ਗਿਆ ਸੀ ਕਿ ਕਿਰਤ ਕਰੋ ਤੇ ਫਿਰ ਹੀ ਤੁਹਾਡਾ ਜੀਵਨ ਸਫਲ ਆਉਂਦਾ। ਖੁਸ਼ਹਾਲੀ ਜਿਹੜੀ ਆ ਬਾਬੇ ਦੇ ਕਿਰਤ ਦੇ ਸਿਧਾਂਤ ਤੇ ਅੱਜ ਵੀ ਉਹ ਸੱਚ ਖੜੀ ਆ ਕਿ ਕਿਰਤ ਕਰੋ। ਮੈਂ ਆਪਣੀ ਕਿਰਤ ਕੀਤੀ ਆ, ਮੈਂ ਆਪਣੇ ਆਰਟ ਨਾਲ ਖੇਡਿਆ ਵਾ, ਆਪਣੇ ਮਨ ਦੀ ਖੁਸ਼ੀ ਲਈ ਟਾਈਮ ਵੀ ਲਾਇਆ, ਖਰਚਾ ਵੀ ਕੀਤਾ, ਤੇ ਮੈਂ ਧੰਨਵਾਦੀ ਹਾਂ ਪਰਮਾਤਮਾ ਦਾ ਕਿ ਉਹਨੇ ਸਫਲਤਾ ਮੇਰੀ ਝੋਲੀ ਪਾਈ ਹੈ। ਤਾਂ ਬਿਲਕੁਲ ਇਹ ਸਨ ਬਲਜਿੰਦਰ ਸਿੰਘ ਮਾਨ, ਜਿਨ੍ਹਾਂ ਨੇ ਕਲਾ ਦੇ ਖੇਤਰ ਦੇ ਵਿੱਚ ਆਪਣੀ ਇੱਕ ਵੱਖਰੀ ਹੀ ਪਹਿਚਾਣ ਜਿਹੜੀ ਉਹ ਬਣਾਈ ਹੈ। ਕਾਫੀ ਖਿਤਾਬ ਜਿਹੜੇ ਨੇ ਇਹਨਾਂ ਨੂੰ ਮਿਲ ਚੁੱਕੇ ਨੇ ਤੇ ਮਾਡਲ ਬੜਾ ਹੀ ਅੱਛੇ ਤਰੀਕੇ ਦੇ ਨਾਲ ਕ੍ਰੀਏਟ ਕੀਤਾ ਹੈ। ਵੀਡੀਓ ਜਰਨਲਿਸਟ ਸੁਖਵਿੰਦਰ ਕੋਹਲੀ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ। ਹੁਣ ਘਬਰਾਉਣ ਦੀ ਲੋੜ ਨਹੀਂ। ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਜੜੀ ਬੂਟੀਆਂ ਦੁਆਰਾ। ਸਾਇਲ ਹੈਲਥ ਕੇਅਰ ਅੰਮ੍ਰਿਤਸਰ ਤੇ ਬੇਔਲਾਦ ਸਰੀਰਕ ਤਾਕਤ, IBS, ਸਪਰਮ ਕਾਊਂਟਿੰਗ, ਮੈਨ ਪਾਵਰ, ਹਰ ਬਿਮਾਰੀ ਦਾ ਪੱਕਾ ਤੇ ਸਫਲ ਇਲਾਜ ਸਾਹਿਲ ਹੈਲਥ ਕੇਅਰ ਆਯੁਰਵੈਦਿਕ ਸੈਂਟਰ। ਲੇਕਿਨ ਅੱਜ ਵੀ ਸਾਡੇ ਭਾਰਤ ਦੇ ਵਿੱਚ ਆਯੁਰਵੇਦ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਹੈ, ਬਹੁਤ ਮਹੱਤਵ ਹੈ। ਆਦਮੀ ਦੇ ਵਿੱਚ ਜਿਹੜੀ ਅੰਦਰੂਨੀ ਕਮਜ਼ੋਰੀ ਆਉਂਦੀ ਹੈ ਉਹ ਕਈ ਰੋਗਾਂ ਕਰਕੇ ਆਉਂਦੀ ਹੈ। ਜਿਹੜੇ ਔਲਾਦ ਪੈਦਾ ਨਹੀਂ ਕਰ ਸਕਦੇ ਉਹਨਾਂ ਨੂੰ ਸ਼ੁਕਰਾਣੂ ਦੀ ਕਮੀ। ਮਿਲੋ ਰੋਜ਼ਾਨਾ 10 ਤੋਂ 6 ਸਾਇਲ ਹੈਲਥ ਕੇਅਰ ਸੈਂਟਰ 100 ਫੁੱਟੀ ਰੋਡ ਅੰਮ੍ਰਿਤਸਰ। ਸੰਡੇ ਛੁੱਟੀ।